जुड़े हुए ने पंकज एक पासे किसानां दा अंदोलन जारी है, दूजे पासे न्यूज़ 18 नैटवर्क दे वल्लों जो वड्डा सर्वे कीता गया है कश्मीर तो लैके कन्याकुमारी तक देश दे लोकां दा मूड जानने दे लई तां उस दे विच पूरे देश दे लोकां दी असीं प्रतिक्रिया दिखाई है दर्शकां नूं कि किस तरह ज्यादातर लोक ने ਉਹ ਹਾਂ ਦੇ ਵਿੱਚ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਵਾਕਈ ਦੇ ਵਿੱਚ ਐਮਐਸਪੀ ਵੀ ਜਾਰੀ ਰਹੇਗੀ ਤੇ ਕਿਸਾਨ ਨੂੰ ਜੇਕਰ ਆਜ਼ਾਦੀ ਮਿਲਦੀ ਹੈ ਤਾਂ ਉਸ ਦਾ ਵੀ ਫਾਇਦਾ ਕਿਸਾਨਾਂ ਨੂੰ ਹੋਵੇਗਾ। ਹਾਲਾਂਕਿ ਨਾ ਦੇ ਵਿੱਚ ਵੀ ਜਵਾਬ ਆਏ ਨੇ ਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਕੁਝ ਵੀ ਨਹੀਂ ਕਿਹਾ ਜਾ ਸਕਦਾ। देखो अमृत ये देश भर का सर्वे है, देश भर दे विच वक्खो-वक्ख राय जिहड़ी निकल के सामने आती है और हर कोई ये चाहता है कि खेती दे विच सुधार किए जान और सुधार की जरूरत है क्योंकि पंजाब की गल की जाए तो पंजाब च चावल अते कनक दो अजिहियां फसलां ने जो सब तो ज़्यादा बीजियां जांदियां ने, 90% बीजियां जांदियां ने और इस वजह करके पानी भी बेहद घटिया और इस चक्कर तो बाहर आना चाहिए वै। विजयपाल मेरे सहयोगी ने इन्हां नाल गलबात कर लैने। विजय, किस तरीके दे नाल तुसीं सर्वे देखते हो जदों सुधार की गल की जाती है, तुहानूं लगता है कि सुधार की इस वेले जरूरत है और ये सुधार किवें खेती दे विच कीते जा सकते हैं, किवें खेती दे विच बदलाव जिहड़े ने वो हो सकते हैं? देखो पंकज, ਜਿਹੜੇ ਸਰਵੇਜ਼ ਹੁੰਦੇ ਨੇ ਉਹ ਇੱਕ ਤੇ ਕੁਝ ਸਿਲੈਕਟਡ ਲੋਕਾਂ ਦੇ ਹੁੰਦੇ ਨੇ ਜਿਹੜੇ ਕੁਝ ਸਿਲੈਕਟਡ ਲੋਕਾਂ ਨਾਲ ਕੀਤੇ ਜਾਂਦੇ ਨੇ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਉਸ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ, ਜਿਹੜੀਆਂ ਫਿਗਰਸ ਨੇ ਉਹ ਕੀ ਕਹਿੰਦੀਆਂ ਨੇ, ਇਹ ਚੀਜ਼ਾਂ ਆਪਣੀ ਜਗ੍ਹਾ ਨੇ। ਪਰ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਹੁੰਦੇ ਹੋ, ਜਿਵੇਂ ਫੋਰ ਐਗਜ਼ਾਮਪਲ ਜੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਪੰਜਾਬ ਹਰਿਆਣਾ ਨੂੰ ਕੈਟਰ ਕਰਦੇ ਹਾਂ ਔਰ ਪੰਜਾਬ ਹਰਿਆਣਾ ਦੇ ਲੋਕਾਂ ਨਾਲ ਸਾਡਾ ਰਾਬਤਾ ਹੈ ਜਾਂ ਉਹਨਾਂ ਬਾਰੇ ਜੇ ਅਸੀਂ ਜਾਣਕਾਰੀ ਰੱਖਦੇ ਹਾਂ ਕਰੀਏ ਤਾਂ एक सवाल जिमें जो इस सर्वे दे विच जिसदा चर्चा की जा रही है भी की अंदोलन खत्म होना चाहिए, फिगर्स जड़ियां ने वो 52%, 54% या 56% या 60% हो सकदियां ने। पर जे तुसी पब्लिक नाल गल करो, सिंघू बॉर्डर असीं लगातार कवर कर रहे हैं, लोग किवें बैठे ने ठंड दे विच प्रोटेस्ट कर रहे हैं अपनियां मंगां नूं लैके, तां उन्हां लोकां नाल गल करके ये लगता है कि लोग 99% चाहते हैं, ईवन 100% चाहते हैं कि अंदोलन खत्म होना चाहिए। कोई भी खुशी नाल सड़कों पर नहीं बैठा, अंदोलन खत्म होना चाहिए। पर उन्हां दी मंग ये है कि सरकार साडियां जिहड़ियां मंगां ने उन्हां नूं पूरा करे। जो उन्हां दे मंग ने कि जे बिलों के विच आह जिहड़े खदशे सी उन्होंने स्पष्ट तौर पर सरकार नूं लिख के देते और उस तो बाद सरकार ने कहा भी कि हाँ असीं तुहाडीआं गल्लां मन्नण नूं तैयार हैं, जिहदे बारे गलबात भी चल रही है। चिट्ठी ਜਿਹੜਾ ਹੈ ਸੱਦੇ ਪੱਤਰ ਨੇ ਉਹਨਾਂ ਦਾ ਆਦਾਨ ਪ੍ਰਦਾਨ ਹੋ ਰਿਹਾ। ਕਿਸਾਨ ਇਹ ਵੀ ਚਰਚਾ ਕਰ ਰਹੇ ਨੇ ਕਿ ਅਸੀਂ ਲੋਕਾਂ ਦੇ ਨਾਲ ਸਰਕਾਰ ਦੇ ਨਾਲ ਮੀਟਿੰਗ ਕਰਨ ਜਾਣਾ ਹੈ, ਉਹਨੂੰ ਲੈ ਕੇ ਕੀ ਸਟ੍ਰੈਟਜੀ ਬਣਾਉਣੀ ਹੈ। ਸੋ ਉਸ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ। ਸੋ ਸਭ ਤੋਂ ਵੱਡੀ ਗੱਲ ਜਿਵੇਂ ਸਰਵੇ ਬਾਰੇ ਤੁਸੀਂ ਕਿਹਾ ਵੀ ਆਲ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਨੇ ਔਰ ਕਿਉਂਕਿ ਪੰਜਾਬ ਤੇ ਹਰਿਆਣਾ ਜਿਹੜੇ ਦੋ ਖੇਤੀ ਪ੍ਰਧਾਨ ਸੂਬੇ ਨੇ ਇਹਨਾਂ ਦਾ ਉੱਥੇ ਸਭ ਤੋਂ ਵੱਡਾ ਰੋਲ ਹੈ। ਔਰ ਜੇ ਕਹੀਏ ਰੋਸ ਜਿੰਨਾ ਵੀ ਦੇਖਿਆ ਗਿਆ ਸਭ ਤੋਂ ਵੱਧ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੇ ਰੋਸ ਪ੍ਰਗਟਾਇਆ ਔਰ ਪੰਜਾਬ ਤੇ ਹਰਿਆਣਾ ਦੇ ਲੋਕ ਨੇ ਜਿਹੜੇ ਸਭ ਤੋਂ ਅੱਗੇ ਆ ਕੇ, ਹਾਲਾਂਕਿ ਜਿਹੜੀਆਂ ਜਥੇਬੰਦੀਆਂ ਨੇ 39 ਜਥੇਬੰਦੀਆਂ ਉਹਦੇ 'ਚ ਦੂਜੀਆਂ ਸਟੇਟਾਂ ਦੀਆਂ ਵੀ ਜਥੇਬੰਦੀਆਂ ਨੇ ਔਰ ਪਿਛਲੇ ਦਿਨੀ ਜਿਹੜਾ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਕੋਲ ਆਈਆਂ ਨੇ ਜਿਨ੍ਹਾਂ ਨੇ ਸਮਰਥਨ ਕੀਤਾ ਇਹਨਾਂ ਬਿੱਲਾਂ ਦਾ, ਤਾਂ ਕਿਸਾਨਾਂ ਤੋਂ ਅਸੀਂ ਉਸ ਦੇ ਪ੍ਰਤੀਕਰਮ ਲਏ ਸੀ ਔਰ ਕਿਸਾਨਾਂ ਨੇ ਕਿਹਾ ਕਿ ਜਿਹੜੇ ਲੋਕ ਫਿਰ ਸਮਰਥਨ ਕਰ ਰਹੇ ਨੇ ਜਾਂ ਉਹ ਸਮਝਦੇ ਨੇ ਕਿ ਇਹ ਬਿੱਲ ਠੀਕ ਨੇ ਜਾਂ ਉਹਨਾਂ ਨੂੰ ਫਾਇਦਾ ਹੋਏਗਾ ਤਾਂ ਉਹ ਸਾਡੀ ਸਟੇਜ ਤੇ ਆ ਕੇ ਸਾਡੇ ਲੋਕਾਂ ਨੂੰ ਵੀ ਸਮਝਾ ਦੇਣ ਔਰ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਜੇ ਉਹ ਸਾਡੇ ਲੋਕਾਂ ਨੂੰ ਸਮਝਾ ਲੈਂਦੇ ਆ ਵੀ ਇਹ ਬਿੱਲ ਸਮਰਥਨ 'ਚ ਨੇ। ਦੂਸਰੀ ਗੱਲ ਰਹੀ ਪੰਕਜ, ਜਿਵੇਂ ਤੁਸੀਂ ਗੱਲ ਕੀਤੀ ਹੈ ਇਸ ਪੂਰੇ ਸਰਵੇ ਦੇ ਜਿਹੜੇ ਸਵਾਲ ਨੇ ਜਾਂ ਜੋ ਵੀ ਇਹ ਦੱਸ ਰਹੇ ਸੀ ਹੁਣੇ ਕਿ ਉਸ ਦੇ ਵਿੱਚ ਬਦਲਵੀਂ ਖੇਤੀ ਦੇ ਪੱਖ 'ਚ ਕਿੰਨੇ ਲੋਕ ਨੇ, खेती ਦੀ ਜਿਹੜੀ ਜਿੰਸ ਹੈ ਉਸ ਨੂੰ ਵੇਚਣ ਦੇ ਫਾਇਦੇ ਜਾਂ ਐਮਐਸਪੀ ਨੂੰ ਲੈ ਕੇ ਕਿੰਨੇ ਲੋਕ ਚਾਹੁੰਦੇ ਨੇ। 100% ਲੋਕ ਜੇ ਪੰਜਾਬ ਤੇ ਹਰਿਆਣਾ ਨੂੰ ਬੜੇ ਸਾਲਾਂ ਤੋਂ ਅਸੀਂ ਕਵਰ ਕਰ ਰਹੇ ਹਾਂ, ਪੰਜਾਬ ਤੇ ਹਰਿਆਣਾ ਦੇ ਵਿੱਚ ਜੇ ਕਣਕ ਝੋਨੇ ਦਾ ਇੱਕ ਫਸਲੀ ਚੱਕਰ ਚੱਲਦਾ ਹੈ ਤਾਂ ਜਿਹੜੇ ਕਿਸਾਨ ਆਗੂ ਵੀ ਨੇ, ਖੇਤੀ ਮਾਹਿਰ ਵੀ ਨੇ ਔਰ ਜਿਹੜੇ ਹੋਰ ਲੋਕ ਵੀ ਜੁੜੇ ਨੇ ਉਹ ਬਿਲਕੁਲ ਇਹ ਚਾਹੁੰਦੇ ਨੇ ਕਿ ਸਾਨੂੰ ਇਸ ਫਸਲੀ ਚੱਕਰ 'ਚੋਂ ਨਿਕਲਣਾ ਚਾਹੀਦਾ। ਪਰ ਉਸ ਫਸਲੀ ਚੱਕਰ 'ਚੋਂ ਨਿਕਲਣ ਦਾ ਮਤਲਬ ਇਹ ਨਹੀਂ ਕਿ ਕੱਲ੍ਹ ਨੂੰ ਕੋਈ ਬੰਦਾ ਉਹਨਾਂ ਦਾ ਸ਼ੋਸ਼ਣ ਕਰੇ ਔਰ ਇਸ ਤਰੀਕੇ ਨਾਲ ਉਹ ਫਸ ਜਾਣ ਤੇ ਫਸਲੀ ਚੱਕਰ ਚੋਂ ਨਿਕਲਦੇ ਕਿਤੇ ਆਪਣੀ ਜ਼ਮੀਨ ਹੀ ਚਲੀ ਜਾਵੇ। ਇਸ ਤਰ੍ਹਾਂ ਦੇ ਖਦਸ਼ੇ ਲੋਕਾਂ ਨੂੰ ਇੱਕ ਵੀ ਹੈ ਕਿਉਂਕਿ 23 ਫਸਲਾਂ ਤੇ ਐਮਐਸਪੀ ਨਿਰਧਾਰਿਤ ਹੈ, ਲੇਕਿਨ ਕੇਂਦਰ ਸਰਕਾਰ
ਉਹ MSP ਦਿੰਦੀ ਨਹੀਂ ਹੈ। ਮੈਂ ਨਰਮੇ ਦੀ ਗੱਲ ਕਰਾਂ 5500 5700 ਰੁਪਏ, ਲੇਕਿਨ ਮਾਲਵੇ ਦੇ ਵਿੱਚ 4500 4700 ਰੁਪਏ ਵਿਕਦੀ ਹੈ। ਫਿਰ ਕਿਸਾਨ ਇਹ ਕਹਿੰਦਾ ਕਿ ਅਸੀਂ ਮਜਬੂਰ ਹਾਂ, ਕਣਕ ਨੂੰ ਲੈ ਕੇ ਮਜਬੂਰ ਹਾਂ, ਝੋਨੇ ਨੂੰ ਲੈ ਕੇ ਮਜਬੂਰ ਹਾਂ, ਅਸੀਂ ਤਾਂ ਹੋਰ ਵੀ ਜਿਹੜੀ ਆ ਫਸਲ ਪੈਦਾ ਕਰਨਾ ਚਾਹੁੰਦੇ ਹਾਂ, ਲੇਕਿਨ ਕੇਂਦਰ ਸਰਕਾਰ ਨਹੀਂ ਉਹ ਚੁੱਕਦੀ। ਕੇਂਦਰ ਸਰਕਾਰ ਨੇ MSP ਜ਼ਰੂਰ ਨਿਰਧਾਰਿਤ ਕੀਤੀ ਹੈ। ਤਾਂ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ, ਸੂਬਾ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਤਾਂ ਕਿ ਇਸ ਫਸਲੀ ਚੱਕਰ ਤੋਂ ਔਰ ਜੋ ਸੁਧਾਰ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਵਿੱਚ ਤਾਂ ਹੀ ਕਿਸਾਨ ਅੱਗੇ ਆਏਗਾ, ਅਗਰ ਕੇਂਦਰ ਸਰਕਾਰ ਮਦਦ ਕਰੇਗੀ, ਸੂਬਾ ਸਰਕਾਰ ਮਦਦ ਕਰੇਗੀ। ਬੇਸਿਕਲੀ ਪੰਕਜ, ਜਦੋਂ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ ਤਾਂ ਉਹਨਾਂ ਦੇ ਦਾਅਵੇ ਹੁੰਦੇ ਨੇ, ਪੋਲੀਟੀਕਲ ਪਾਰਟੀਆਂ ਨੇ ਆਪਣੇ ਤਰੀਕੇ ਨਾਲ ਦਾਅਵੇ ਕਰਦੀਆਂ ਨੇ ਕਿ ਲੋਕਾਂ ਲਈ ਇਹ ਚੰਗਾ ਹੈ, ਇਹਦਾ ਬੜਾ ਫਾਇਦਾ ਹੋਏਗਾ। ਕਿਸਾਨ ਆਪਣੇ ਤਰੀਕੇ ਨਾਲ ਐਨਾਲਿਸਿਸ ਕਰਦੇ ਨੇ, ਕਿਉਂਕਿ ਕਿਸਾਨਾਂ ਨੇ ਇਹ ਵੀ ਤਰਕ ਦਿੱਤੇ ਨੇ ਕਿ ਜਿਹੜੀਆਂ ਪਾਲਿਸੀਜ਼ ਬਣਦੀਆਂ ਨੇ ਜਿਨ੍ਹਾਂ ਦੇ ਦਾਅਵੇ ਹੁੰਦੇ ਆ ਕਿ ਲੋਕਾਂ ਦੇ ਹੱਕ ਦੇ ਵਿੱਚ ਨੇ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਉਹ ਅਫਸਰ ਬਣਾਉਂਦੇ ਨੇ। ਕਈ ਵਾਰੀ ਉਹ ਗਰਾਊਂਡ ਰਿਐਲਿਟੀ ਦੇ ਨਾਲ ਉਹਨਾਂ ਦੋ ਚਾਰ ਨਹੀਂ ਹੁੰਦੇ ਜਿੰਨਾ ਇੱਕ ਕਿਸਾਨ ਜਿਹੜਾ ਆਪਦੇ ਜ਼ਮੀਨ ਦੇ ਵਿੱਚ ਹਲ ਵਾਹ ਰਿਹਾ ਜਾਂ ਖੇਤੀ ਕਰ ਰਿਹਾ ਉਹ ਹੁੰਦਾ। ਸੋ ਇਸ ਕਰਕੇ ਕਿਸਾਨ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਕਿੱਥੇ ਕਿੱਥੇ ਉਹਨਾਂ ਨੂੰ ਦਿੱਕਤ ਆ ਸਕਦੀ ਹੈ। ਜਿਨਸਾਂ ਦੇ ਭਾਅ ਦੀ ਗੱਲ ਹੈ, MSP ਦੀ ਗੱਲ ਹੈ, ਹੁਣ ਕਿਸਾਨ ਕਹਿ ਰਹੇ ਨੇ ਕਿ ਸਭ ਦੀ MSP ਮਿਲਣੀ ਚਾਹੀਦੀ ਹੈ। ਜੇ ਮੈਂ ਸਰਵੇ ਦੇ ਸਵਾਲਾਂ ਤੇ ਆ ਜਾ ਤਾਂ ਉਹਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਹਾਂ MSP ਮਿਲਣੀ ਚਾਹੀਦੀ ਹੈ। ਸਾਰੇ ਕਿਸਾਨ ਚਾਹੁੰਦੇ ਨੇ ਕਿ MSP ਮਿਲਣੀ ਚਾਹੀਦੀ ਹੈ, ਔਰ ਜਿੰਨਾ ਉਹਨਾਂ ਦੀ ਫਸਲ ਦੀ ਲਾਗਤ ਮੁੱਲ ਹੈ, ਜੇ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਗੱਲ ਕਰੀਏ ਤਾਂ ਉਸ ਤੋਂ 50% ਵੱਧ ਕੇ ਮਿਲਣਾ ਚਾਹੀਦਾ, ਇਹ ਵੀ ਕਹਿੰਦੇ ਨੇ। ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਬਦਲਵੀਂ ਖੇਤੀ ਦੀ, ਬਿਲਕੁਲ ਕਿਸਾਨ ਚਾਹੁੰਦੇ ਨੇ ਕਿ ਬਦਲਵੀਂ ਖੇਤੀ ਹੋਣੀ ਚਾਹੀਦੀ ਹੈ, ਪਰ ਉਹ ਕਹਿੰਦੇ ਚੀਜ਼ਾਂ ਸਾਡੇ ਤੇ ਥੋਪੀਆਂ ਨਾ ਜਾਣ। ਤੁਸੀਂ ਤੁਹਾਡੇ ਨਾਲ ਰਲ ਕੇ ਉਸ ਫਸਲੀ ਚੱਕਰ ਚੋਂ ਚਾਹੀਦੇ। ਹੁਣ ਤੇ ਖਦਸ਼ਾ ਕੱਲ ਨੂੰ MSP ਸਰਕਾਰ ਬੰਦ ਕਰ ਸਕਦੀ ਹੈ ਜਾਂ ਬੰਦ ਕਰੇਗੀ, ਕਿਸਾਨ ਇਹ ਕਹਿੰਦੇ ਨੇ, ਪਰ ਸਰਕਾਰ ਕਹਿੰਦੀ ਹੈ ਵੀ ਨਹੀਂ MSP ਜਾਰੀ ਰਹੂਗੀ। ਉਹ ਭਰੋਸਾ ਹਲੇ ਤੱਕ ਉਹਨਾਂ ਕਿਸਾਨਾਂ 'ਚ ਨਹੀਂ ਬਣ ਪਾਇਆ ਜਿਹੜੇ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਜਾਂ ਹੋਰ ਬਾਰਡਰਾਂ ਤੇ ਡਟੇ ਹੋਏ ਨੇ। ਸੋ ਉਹਨਾਂ ਨੂੰ ਕੌਨਫੀਡੈਂਸ 'ਚ ਲੈਣ ਦੀ ਜ਼ਰੂਰਤ ਹੈ। ਫਿਰ ਗੱਲ ਅੰਦੋਲਨ ਖਾਤਮੇ ਤੇ ਆ ਗਈ। ਬਿਲਕੁਲ ਕਿਸਾਨ ਇਹ ਚਾਹੁੰਦੇ ਨੇ ਕਿ ਅੰਦੋਲਨ ਖਤਮ ਹੋਣਾ ਚਾਹੀਦਾ, ਸਰਕਾਰ ਸਾਡੀਆਂ ਮੰਗਾਂ ਦਾ ਤੁਰੰਤ ਹੱਲ ਕਰੇ, ਕਿਉਂਕਿ ਖੇਤਾਂ ਦਾ ਰਾਜਾ ਹੈ ਔਰ ਜਿਨ੍ਹਾਂ ਦੀ 20 ਏਕੜ 2 ਏਕੜ 5 ਏਕੜ ਜ਼ਮੀਨ ਹੈ, ਉਹ ਆਪਣੇ ਬੱਚੇ ਆਪਣਾ ਪਰਿਵਾਰ ਛੱਡ ਕੇ ਇੱਥੇ ਬੈਠਾ ਸੀ। ਬਜ਼ੁਰਗ ਦੇਖੇ 80 ਸਾਲਾਂ ਦੇ ਬਜ਼ੁਰਗਾਂ 'ਚ ਜੋਸ਼ ਸੀਗਾ। ਉਹ ਕਹਿ ਰਹੇ ਆ ਕਿ ਅਸੀਂ ਅੰਦੋਲਨ ਕਰਕੇ ਆਪਣੇ ਬੱਚਿਆਂ ਨਾਲ ਜਾਣਾ ਚਾਹੁੰਦੇ ਆ, ਲੇਕਿਨ ਜਦੋਂ ਤੱਕ ਸਾਡੇ ਹੱਕ ਨਹੀਂ ਮਿਲਣਗੇ ਅਸੀਂ ਵਾਪਸ ਨਹੀਂ ਜਾਵਾਂਗੇ। ਉਹ ਕਹਿ ਰਹੇ ਕਿ ਸਾਨੂੰ ਸ਼ੌਂਕ ਨਹੀਂ ਹੈ ਸੜਕਾਂ ਤੇ ਸੌਣ ਦਾ। ਅਸੀਂ ਦੇਖਿਆ ਕਿ ਸੜਕਾਂ ਤੇ ਕਿਵੇਂ ਭਰੀ ਠੰਡ ਦੇ ਵਿੱਚ ਖੁੱਲੇ ਆਸਮਾਨ ਹੇਠਾਂ 26 ਦਿਨ ਹੋ ਗਏ ਨੇ ਉੱਥੇ ਸੋ ਰਹੇ ਨੇ। ਉਹ ਕਹਿ ਰਹੇ ਸਾਨੂੰ ਸ਼ੌਂਕ ਨਹੀਂ ਹੈ, ਸਾਡੇ ਘਰ ਬਹੁਤ ਵਧੀਆ ਨੇ, ਅਸੀਂ ਬੱਚਿਆਂ ਨਾਲ ਰਹਿਣਾ ਚਾਹੁੰਦੇ ਹਾਂ, ਲੇਕਿਨ ਆਪਣੇ ਹੱਕ ਲੈ ਕੇ ਜਾਵਾਂਗੇ। ਔਰ ਅਸੀਂ ਇਹ ਦੇਖਿਆ ਕਿ ਪਗੜੀ ਸੰਭਾਲ ਜੱਟਾ ਉਸ ਅੰਦੋਲਨ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਇਹ ਦੇਖਣ 'ਚ ਆਇਆ, ਔਰ ਪੰਜਾਬ ਅਤੇ ਹਰਿਆਣਾ ਦੇ ਸਭ ਤੋਂ ਜ਼ਿਆਦਾ ਕਿਸਾਨ ਅੱਗੇ ਆਏ। ਦੇਖੋ ਪੰਕਜ, ਗੱਲ ਜਦੋਂ ਆਪਾਂ ਪੂਰੇ ਦੇਸ਼ ਦੇ ਸੰਦਰਭ ਦੇ ਵਿੱਚ ਕਰਦੇ ਆਂ, ਤੁਸੀਂ ਇੱਕ ਸਟੇਟ ਦੇ ਲੋਕਾਂ ਦੀ ਸੋਚ ਨੂੰ ਜਾਂ ਇੱਕ ਸਟੇਟ ਦੇ ਲੋਕਾਂ ਦੇ ਸਰਕਮਸਟੈਂਸਿਸ ਨੂੰ ਦੂਜੀ ਸਟੇਟ ਦੇ ਲੋਕਾਂ ਦੇ ਸਰਕਮਸਟੈਂਸਿਸ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਸ਼ੁਰੂ ਤੋਂ ਕਿਸਾਨਾਂ ਦਾ ਵੀ ਮਤ ਇਹ ਰਿਹਾ ਔਰ ਬਹੁਤ ਸਾਰੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਦਾ ਵੀ ਮਤ ਇਹ ਰਿਹਾ ਵੀ ਜਦੋਂ ਕਾਨੂੰਨ ਬਣਦੇ ਨੇ, ਜਿਵੇਂ ਪੰਜਾਬੀ 'ਚ ਕਹਿ ਦਿੰਦੇ ਆ ਵੀ ਕੇਂਦਰ ਸਰਕਾਰ ਨੇ ਇੱਕ ਨਜ਼ਰ ਨਾਲ ਸਾਰੀਆਂ ਸਟੇਟਾਂ ਨੂੰ ਦੇਖਣਾ ਹੈ। ਤੁਸੀਂ ਇੱਕ ਕੁੜਤਾ ਬਣਾਓਗੇ ਔਰ ਇੱਕ ਕੁੜਤਾ ਬਣਾ ਕੇ ਸਾਰੀਆਂ ਸਟੇਟਾਂ ਨੂੰ ਕਹੋਗੇ ਕਿ ਇਹ ਕੁੜਤਾ ਪਾ ਲਓ। ਸਰੀਰ ਦਾ ਫਰਕ ਹੁੰਦਾ, ਕੋਈ ਮੋਟਾ ਹੈ, ਕੋਈ ਪਤਲਾ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ, ਸਭ ਦੇ ਇੱਕੋ ਕੁੜਤਾ ਮੇਚ ਨਹੀਂ ਆਉਂਦਾ। ਅਕਸਰ ਜਿਹੜੀਆਂ ਰੀਜਨਲ ਸਰਕਾਰਾਂ ਰਹੀਆਂ ਨੇ, ਸਟੇਟ ਸਰਕਾਰਾਂ ਰਹੀਆਂ ਨੇ, ਉਹ ਇਹਦੇ ਪੱਖ 'ਚ ਰਹੀਆਂ ਨੇ। ਦੂਜੀ ਗੱਲ ਜਿੱਥੋਂ ਤੱਕ ਰਹੀ ਹੈ ਕਿ ਕਾਨੂੰਨ ਬਣਨੇ ਚਾਹੀਦੇ ਹੈ ਕਿ ਨਹੀਂ, ਕਿਸਾਨਾਂ ਦੇ ਫਾਇਦੇ ਦੇ ਲਈ, ਖੇਤੀ ਸੈਕਟਰ ਨੂੰ ਉੱਚਾ ਚੁੱਕਣ ਦੇ ਲਈ ਬਿਲਕੁਲ ਬਣਨੇ ਚਾਹੀਦੇ ਹੈ। ਕਿਸਾਨ ਵੀ ਇਹ ਮੰਨਦੇ ਨੇ ਕਿ ਕਾਨੂੰਨ ਬਣਨੇ ਚਾਹੀਦੇ ਆ, ਪਰ ਉਹ ਕਹਿੰਦੇ ਕਿ ਜੋ ਸੰਵਿਧਾਨ ਦੇ ਮੁਤਾਬਿਕ ਜਿਹੜਾ ਅਧਿਕਾਰ ਖੇਤਰ ਹੈ ਉਸ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਹੀਂ ਬਣਨੇ ਚਾਹੀਦੇ। ਜੇ ਕਿਸਾਨਾਂ ਦਾ ਤਰਕ ਇਹ ਹੈ ਕਿ ਖੇਤੀਬਾੜੀ ਸਟੇਟ ਸਬਜੈਕਟ ਹੈ, ਤਾਂ ਉਹ ਕਹਿੰਦੇ ਆ ਕਿ ਸਟੇਟਾਂ ਨੂੰ ਅਧਿਕਾਰ ਦੇ ਦਿਓ। ਉਹ ਕਿਸਾਨਾਂ ਦੀ ਬਿਹਤਰੀ ਜਾਂ ਆਪਣਾ ਜਿਹੜਾ ਇਨਫਰਾਸਟ੍ਰਕਚਰ ਹੈ, ਆਪਣਾ ਏਰੀਆ ਹੈ, ਆਪਣਾ ਸਰਕਮਸਟੈਂਸਿਸ ਹੈ, ਸਟੇਟ ਗਵਰਨਮੈਂਟ ਦੇਖੇ ਔਰ ਸਟੇਟ ਗਵਰਨਮੈਂਟ ਉਸ ਤੋਂ ਬਾਅਦ ਕਾਨੂੰਨ ਬਣਾ ਦੇ। ਸਾਨੂੰ ਇਤਰਾਜ਼ ਕੋਈ ਨਹੀਂ ਹੈ। ਜਿਹੜੀ ਕਿਸਾਨਾਂ ਨੇ ਸੋਧਾਂ ਲਿਖ ਕੇ ਦਿੱਤੀਆਂ, ਉਹਨਾਂ ਨੇ ਪਹਿਲੇ ਦਿਨ ਪੰਕਜ ਜਿੱਦੇ ਅੰਦੋਲਨ ਸ਼ੁਰੂ ਹੋਇਆ ਸੀ, ਉਹਨਾਂ ਨੇ ਨਹੀਂ ਕਿਹਾ ਸੀ ਕਿ ਕਾਨੂੰਨ ਰੱਦ ਕਰੋ। ਉਹਨਾਂ ਨੇ ਸੋਧਾਂ ਲਿਖ ਕੇ ਦਿੱਤੀਆਂ ਸੀ। ਸਰਕਾਰ ਨੂੰ ਮਿਸਕਮਿਊਨੀਕੇਸ਼ਨ ਰਹੀ ਜਾਂ ਸਰਕਾਰ ਨੇ ਅਪਰੋਚ ਨਹੀਂ ਕੀਤੀ ਜਾਂ ਮੀਟਿੰਗਾਂ ਨਹੀਂ ਹੋ ਪਾਈਆਂ, ਨਹੀਂ ਤਾਂ ਸ਼ਾਇਦ ਪੰਜਾਬ ਬੈਠੇ ਇਸ ਮਸਲੇ ਦਾ ਹੱਲ ਸੋਧਾਂ ਨਾਲ ਹੋ ਜਾਂਦਾ। ਹੁਣ ਕਿਉਂਕਿ ਲੋਕ ਦਿੱਲੀ ਆ ਗਏ ਨੇ, ਦਿੱਲੀ ਬਾਰਡਰ ਤੇ ਬੈਠੇ ਨੇ, ਤਾਂ ਉਹ ਕਹਿੰਦੇ ਨੇ ਕਿ ਅਸੀਂ ਸਰਕਾਰ ਕਾਨੂੰਨ ਵਾਪਸ ਲਵੇ ਤਾਂ ਅਸੀਂ ਜਾਵਾਂਗੇ। ਪਰ ਜੇ ਮੈਂ ਫਿਰ ਉਸ ਸਰਵੇ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ, ਜੇ ਮੈਂ ਦੁਬਾਰਾ ਉਹਦੇ ਤੇ ਆ ਜਾ, ਸਰਵੇ ਦੇ ਵਿੱਚ ਕੀ ਹੈ ਕਿ ਕਿੰਨੇ ਕਿਸਾਨ ਚਾਹੁੰਦੇ ਨੇ ਖੇਤੀ ਸੁਧਾਰ ਹੋਣੇ ਚਾਹੀਦੇ ਆ? 100% ਕਿਸਾਨ ਚਾਹੁੰਦੇ ਨੇ ਖੇਤੀ ਸੁਧਾਰ ਹੋਣੇ ਚਾਹੀਦੇ ਆ। ਕਿੰਨੇ ਕਿਸਾਨ ਚਾਹੁੰਦੇ ਨੇ ਕਾਨੂੰਨ ਬਣਨੇ ਚਾਹੀਦੇ ਆ ਔਰ ਕਾਨੂੰਨ ਦੇ ਜ਼ਰੀਏ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਣਾ ਚਾਹੀਦਾ ਹੈ?
ਬਿਲਕੁਲ ਕਿਸਾਨ ਚਾਹੁੰਦੇ ਨੇ ਵੀ ਕਾਨੂੰਨ ਬਣਨੇ ਚਾਹੀਦੇ ਔਰ ਆਮਦਨ 'ਚ ਵਾਧਾ ਹੋਣਾ ਚਾਹੀਦਾ, ਪਰ ਇਹ ਕਾਨੂੰਨ ਦਾ ਅਧਿਕਾਰ ਕਿਹੜੀ ਸਰਕਾਰ ਕੋਲੇ ਹੋਵੇ, ਸਟੇਟ ਗਵਰਨਮੈਂਟ ਕੋਲੇ ਹੋਵੇ, ਇਹ ਕਿਸਾਨਾਂ ਦਾ ਤਰਕ ਹੈ। ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ, ਮੈਂ ਇਸ ਕਰਕੇ ਵੀ ਇੱਥੇ ਆਵਾਂਗਾ ਕਿਉਂਕਿ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਪੰਜਾਬ ਦੀ ਖੇਤੀ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਰਗੀ ਨਾ ਹੋ ਜਾਏ, ਕਿਉਂਕਿ ਉੱਥੇ ਜੇ ਕਿਸੇ ਕਿਸਾਨ ਕੋ 15 ਏਕੜ 20 ਏਕੜ ਹੈ, ਉਹ ਪੰਜਾਬ 'ਚ 5 ਏਕੜ ਵਾਲੇ ਕੋ ਕੰਮ ਕਰ ਰਿਹਾ, ਉੱਥੇ ਦਿਹਾੜੀ ਲਾ ਰਿਹਾ। ਕਿਉਂ ਲਾ ਰਿਹਾ? ਕਿਉਂਕਿ ਇੱਥੇ 1975 ਰੁਪਏ ਤੁਹਾਨੂੰ MSP ਮਿਲ ਰਹੀ ਹੈ, ਲੇਕਿਨ ਉੱਥੇ 800-900 ਰੁਪਏ ਮਿਲ ਰਹੀ ਹੈ। ਔਰ ਜੋ ਕੇਂਦਰ ਸਰਕਾਰ ਨੇ ਫੈਸਲੇ ਲਏ, ਕਿਉਂਕਿ ਜੋ ਸਰਵੇ ਵੀ ਹੈ ਪੂਰੇ ਦੇਸ਼ ਦੇ ਹਿਸਾਬ ਨਾਲ ਆਇਆ, ਤਾਂ ਬਿਹਾਰ ਦੇ ਜਾਂ ਮੱਧ ਪ੍ਰਦੇਸ਼ ਦੇ ਕਿਸਾਨ ਸੋਚਦੇ ਹੋਣੇ ਆ ਬਿਲਕੁਲ ਉਹਦੇ ਵਿੱਚ ਹੋਣਗੇ। ਬਾਕੀ ਸਟੇਟਾਂ ਦੇ ਜਿਹੜੇ ਕਿਸਾਨ ਨੇ ਇਸ ਦੇ ਵਿੱਚ ਹੈ ਨੇ, ਉਹ ਆਪਣਾ ਪ੍ਰਤੀਕਰਮ ਦਿੰਦੇ ਆ। ਜਿਨ੍ਹਾਂ ਲੋਕਾਂ ਨੂੰ 1000 ਜਾਂ 1100 ਰੁਪਇਆ ਮਿਲਦਾ ਹੈ, ਜੇ ਤੁਸੀਂ ਉਹਨਾਂ ਲੋਕਾਂ ਨੂੰ ਕਹੋਗੇ ਕਿ ਜੀ ਤੁਹਾਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਆ, ਜਾਂ ਇੱਕ ਬੰਦਾ ਆ ਕੇ ਤੁਹਾਡੀ ਫਸਲ ਖਰੀਦੂਗਾ ਔਰ ਉਹ 2000 ਤੇ ਖਰੀਦੂਗਾ, ਤਾਂ ਓਬਵੀਅਸਲੀ ਉਹ ਲੋਕ ਕਹਿਣਗੇ ਕਿ ਹਾਂਜੀ ਸਾਡਾ ਫਾਇਦਾ ਹੋਣਾ ਚਾਹੀਦਾ। ਉਹ ਫਿਰ ਫਿਗਰ ਦੇ ਵਿੱਚ ਕਨਵਰਟ ਹੋ ਜਾਂਦਾ ਸਰਵੇ ਦੀ। ਤੁਸੀਂ ਉਹਨੂੰ ਟੈਕਨੀਕਲੀ ਸਮਝੋ, ਕਿਉਂਕਿ ਇਹ ਪੰਜਾਬ ਦਾ ਸਰਵੇ ਨਹੀਂ, ਇਹ ਪੂਰੇ ਦੇਸ਼ ਦਾ ਸਰਵੇ, ਪੂਰੇ ਦੇਸ਼ ਦਾ। ਉਹਦੇ 'ਚ ਤੁਸੀਂ ਉਹਨੂੰ ਟੈਕਨੀਕਲੀ ਸਮਝਣਾ ਪਏਗਾ। ਇਹ ਨਹੀਂ ਹੈ ਕਿ ਜੇ ਮੰਨ ਲਓ 60% ਲੋਕ ਤੁਸੀਂ ਜੇ ਉਹਨਾਂ ਨੂੰ ਪੁੱਛਿਆ ਕਿ ਹਾਂ ਤੁਹਾਡੀ ਜਿਹੜੀ ਆਮਦਨ ਹੈ ਉਹ ਨਵੇਂ ਕਾਨੂੰਨ ਦੇ ਆਧਾਰ ਤੇ ਵੱਧਦੀ ਹੈ, ਤਾਂ ਤੁਸੀਂ ਉਹਦੇ ਪੱਖ 'ਚੋਂ, ਤਾਂ ਬੰਦਾ ਕਹੇਗਾ ਬਿਲਕੁਲ ਜੇ ਆਮਦਨ ਵੱਧਦੀ ਹੈ ਤਾਂ ਮੈਂ ਉਹਦੇ ਪੱਖ 'ਚ ਹੈ। ਬਿਹਾਰ ਦਾ ਕਿਸਾਨ ਤਾਂ ਕਹੇਗਾ ਜੇ 800-900 ਰੁਪਏ ਕਿਸੇ ਵੀ ਸਟੇਟ ਦੀ, ਐਕਸੈਪਟ ਪੰਜਾਬ ਤੇ ਹਰਿਆਣਾ। ਮੈਂ ਪੰਜਾਬ ਤੇ ਹਰਿਆਣਾ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਪੰਜਾਬ ਤੇ ਹਰਿਆਣਾ ਦੇ ਵਿੱਚ MSP ਮਿਲਦੀ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਇਹ ਚਾਹੁੰਦੇ ਨੇ, ਜੇ ਮੈਂ ਆ ਨਵੇਂ ਕਾਨੂੰਨ ਤੇ ਵੀ ਆ ਜਾ ਪੰਕਜ, ਜਿਹਦੇ ਆਧਾਰ ਤੇ ਅੱਗੇ ਸਵਾਲ ਪੁੱਛੇ ਜਾਂਦੇ ਆ ਜਾਂ ਜਿਹਦੇ ਆਧਾਰ ਤੇ ਗੱਲਬਾਤ ਹੁੰਦੀ ਹੈ, ਇਸ ਕਾਨੂੰਨ ਦੇ ਵਿੱਚ ਇਤਰਾਜ਼ ਕੀ ਸੀ ਕਿਸਾਨਾਂ ਦੇ? ਇਤਰਾਜ਼ ਇਹ ਸੀ ਕਿ ਸਰਕਾਰ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਉਹ ਤੁਹਾਡੀ ਜਿੰਸ ਖਰੀਦਣਗੀਆਂ। ਕਿਸਾਨ ਕਹਿੰਦੇ ਸਾਡੀ ਜਿੰਸ ਖਰੀਦ ਲੈਣ ਪ੍ਰਾਈਵੇਟ, ਸਾਡੀ ਮਰਜ਼ੀ ਹੈ। ਪਹਿਲੀ ਗੱਲ ਤੇ ਅਸੀਂ APMC ਦੇ ਥਰੂ ਜਾਈਏ ਜਾਂ ਪ੍ਰਾਈਵੇਟ ਪਲੇਅਰ ਦੇ ਥਰੂ ਜਾਈਏ। ਮੈਂ ਮੰਡੀਆਂ ਤੇ ਆ ਰਿਹਾ ਸੀ, ਮੰਡੀਆਂ ਨੂੰ ਲੈ ਕੇ ਬਹੁਤ ਖੁਸ਼ੇ ਹੈ। ਬਿਲਕੁਲ ਪੰਕਜ, ਮੈਂ ਉਹੀ ਗੱਲ ਕਰ ਰਿਹਾ ਕਿ ਕਿਸਾਨ ਇਹ ਚਾਹੁੰਦੇ ਆ ਕਿ ਸਰਕਾਰ ਅਸ਼ੋਰ ਕਰੇ ਕਿ ਜੇ ਕੋਈ ਪ੍ਰਾਈਵੇਟ ਪਲੇਅਰ ਵੀ ਆਊਗਾ, ਉਹ 1975 ਤੋਂ ਘੱਟ, ਜਿਵੇਂ ਉਦਾਹਰਨ ਦੇ ਰਿਹਾ ਮੈਂ 1975 ਜਿਵੇਂ ਝੋਨੇ ਦਾ ਜਾਂ ਹੋਰ ਕੋਈ MSP ਨਿਰਧਾਰਿਤ ਹੈ, ਉਹ ਉਸ ਤੋਂ ਘੱਟ ਨਾ ਖਰੀਦੇ। ਜੇ ਉਸ ਤੋਂ ਵੱਧ ਖਰੀਦਦਾ, ਜ਼ਿਆਦਾ ਪੈਸੇ ਦਿੰਦਾ, ਤਾਂ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਸ ਤੋਂ ਘੱਟ ਨਹੀਂ ਖਰੀਦਣਾ ਚਾਹੀਦਾ। ਇਹ ਸਰਕਾਰ ਅਸ਼ੋਰ ਕਰੇ। ਉਹਨਾਂ ਨੂੰ ਡਰ ਹੈ, ਕਿਸਾਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਪ੍ਰਾਈਵੇਟ ਘਰਾਣਿਆਂ ਨੇ ਪਹਿਲਾਂ ਤਾਂ ਟੈਕਸ ਨਹੀਂ ਦੇਣਾ, ਉਹਨਾਂ ਨੂੰ 200 ਰੁਪਏ ਟੈਕਸ ਤੋਂ ਬਚ ਜਾਣਾ, ਉਹਨਾਂ ਨੇ 100 ਰੁਪਏ ਵੱਧ ਕਿਸਾਨਾਂ ਨੂੰ ਘਰ ਬੈਠੇ ਫਸਲ ਦੇ ਦੇਣੀ ਹੈ। ਲੇਕਿਨ ਹੌਲੀ ਹੌਲੀ ਜਦੋਂ ਸਰਕਾਰੀ ਸਰਕਾਰੀ ਮੰਡੀਆਂ ਤੇ ਦਬਾਅ ਪਏਗਾ ਤਾਂ ਪ੍ਰਾਈਵੇਟ ਘਰਾਣਿਆਂ ਦਾ ਇੱਕ ਮੋਨੋਪੋਲੀ ਹੋ ਜਾਏਗੀ। ਇਸ ਗੱਲ ਦਾ ਵੀ ਖਦਸ਼ਾ, ਫਿਰ ਉਹ ਕਹਿਣਗੇ ਕਿ ਆਪਣੇ ਪਹਿਲਾਂ ਤਾਂ 200-300 ਰੁਪਏ ਵੱਧ ਦੇਣਗੇ, ਲੇਕਿਨ ਜਦੋਂ ਇਕੱਲੇ ਪ੍ਰਾਈਵੇਟ ਘਰਾਣੇ ਰਹਿ ਜਾਣਗੇ ਫਿਰ 1400-1500 ਰੁਪਏ ਤੇ ਆ ਜਾਏਗਾ, ਨੁਕਸਾਨ ਹੋਏਗਾ। ਇਸੇ ਕਰਕੇ ਕਿਸਾਨ ਪੰਕਜ ਸਰਕਾਰ ਤੋਂ ਐਸ਼ੋਰੈਂਸ ਚਾਹ ਰਹੇ ਨੇ ਨਾ, ਉਹ ਇਸੇ ਕਰਕੇ ਕਹਿ ਰਹੇ ਨੇ ਕਿ ਸਾਨੂੰ ਗਵਰਨਮੈਂਟ ਐਸ਼ੋਰੈਂਸ ਦੇਵੇ ਕਿ ਕੱਲ ਨੂੰ ਸਾਡੀ ਫਸਲ ਕੋਈ ਵੀ MSP ਤੋਂ ਘੱਟ ਨਾ ਖਰੀਦ ਸਕੇ। ਅਸੀਂ ਇਸ ਕਰਕੇ ਉਸ ਦਾ ਵਿਰੋਧ ਕਰ ਰਹੇ ਹਾਂ ਕਿ ਕੱਲ ਨੂੰ ਇਨ ਦਾ ਲੌਂਗ ਰਨ, ਲੰਮੇ ਟਾਈਮ 'ਚ ਜਾ ਕੇ ਹੋ ਸਕਦਾ ਸ਼ੁਰੂ 'ਚ ਪੈਸੇ ਮਿਲਣ, ਬਾਅਦ ਦੇ ਵਿੱਚ ਨਾ ਮਿਲਣ। ਇਸ ਚੀਜ਼ ਦੇ ਖਦਸ਼ੇ ਰੇਸ ਕਰਕੇ ਕਿਸਾਨ ਚਾਹੁੰਦੇ ਨੇ ਕਿ ਸਾਨੂੰ ਜਿਹੜੀ MSP ਆ ਉਹਦੀ ਗਾਰੰਟੀ ਹੋਣੀ ਚਾਹੀਦੀ ਹੈ। ਦੂਜੀ ਗੱਲ, ਜਦੋਂ ਸੈਂਟਰ ਗਵਰਨਮੈਂਟ ਹੁਣ ਖਰੀਦਦੀ ਹੈ ਤਾਂ ਉਹ ਸਟੇਟ ਗਵਰਨਮੈਂਟ ਨੂੰ 6% ਜਿਹੜਾ ਹੈ ਉਹ ਟੈਕਸ ਦਿੰਦੀ ਹੈ। 3% ਜਿਹੜਾ ਹੈ ਉਹ ਮੰਡੀ ਫੀਸ ਹੈ ਔਰ 3% ਜਿਹੜਾ ਹੈ ਉਹ ਰੂਰਲ ਡਿਵੈਲਪਮੈਂਟ ਚਾਰजेस ਨੇ। ਉਸ ਤੋਂ ਇਲਾਵਾ 2.5% ਆੜਤੀਏ ਦੀ ਦਾਮੀ ਹੈ, 8.5% ਦਿੱਤਾ ਜਾਂਦਾ ਹੈ। ਤੇ ਹੁਣ ਜਿਹੜਾ ਨਵਾਂ ਸਟਰਕਚਰ ਹੈ ਜਾਂ ਸਰਕਾਰ ਜਿਹੜਾ ਦਾਅਵਾ ਕਰਦੀ ਹੈ ਕਿ ਇਹ ਕਾਨੂੰਨ ਬੜਾ ਵਧੀਆ ਹੈ, ਤਾਂ ਸਟੇਟ ਗਵਰਨਮੈਂਟਾਂ ਕਹਿੰਦੀਆਂ ਕਿ ਸਾਡਾ ਰੈਵਨਿਊ ਘਟ ਜਾਏਗਾ, ਸਾਨੂੰ ਪੈਸਾ ਕਿੱਥੋਂ ਆਏਗਾ, ਅਸੀਂ ਸਟੇਟਾਂ ਕਿਵੇਂ ਚਲਾਵਾਂਗੇ, ਤੁਸੀਂ ਕਾਨੂੰਨ ਬਣਾ ਰਹੇ ਹੋ, ਪਾਵਰ ਆਪਦੇ ਹੱਥ 'ਚ ਲੈ ਰਹੇ ਹੋ, ਸਾਡੇ ਕੋਲੇ ਕੁਝ ਰਿਹਾ ਨਹੀਂ। ਤਾਂ ਕਿਸਾਨ ਵੀ ਇਸ ਗੱਲ 'ਚ ਸਟੇਟ ਗਵਰਨਮੈਂਟ ਪਰ ਸਰਕਾਰ ਉਹ ਸਰਕਾਰ ਨੂੰ ਤਾਂ ਬਿਲਕੁਲ ਪੰਕਜ ਬਣੇ ਰਹੋ ਤੁਸੀਂ ਸਾਡੇ ਨਾਲ, ਫਿਰ ਤੋਂ ਤੁਹਾਡਾ ਰੁਖ ਕਰਾਂਗੇ। ਪਰ ਇਸ ਸਭ ਦੇ ਵਿਚਾਲੇ ਨਿਊਜ਼ 18 ਨੈਟਵਰਕ ਦੇ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਸਰਵੇ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਦੱਸ ਦਈਏ ਕਿ ਪੂਰੇ ਦੇਸ਼ ਦਾ ਇਹ ਸਰਵੇ ਹੈ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇ ਲੋਕਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। 22 ਸੂਬੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ, ਇਹ ਜਾਣਨ ਦੇ ਲਈ ਕਿ ਨਵੇਂ ਖੇਤੀ ਕਾਨੂੰਨਾਂ ਤੇ ਲੋਕ ਕੀ ਸੋਚਦੇ ਨੇ। ਸਵਾਲ ਜਿਹੜੇ ਆ ਉਹ ਲਗਾਤਾਰ ਤੁਹਾਨੂੰ ਟੀਵੀ ਸਕਰੀਨ ਤੇ ਵੀ ਦਿਖਾ ਰਹੇ ਹਾਂ ਕਿ ਜੋ ਸਵਾਲ ਪੁੱਛੇ ਗਏ ਸੀ ਉਸ ਦਾ ਜਵਾਬ ਕਿਸ ਤਰੀਕੇ ਦੇ ਨਾਲ ਆਇਆ ਹੈ। ਨਵੀਨੀਕਰਨ ਨੂੰ, ਆਧੁਨਿਕੀਕਰਨ ਨੂੰ ਲੈ ਕੇ ਲੋਕ ਕੀ ਸੋਚਦੇ ਨੇ, MSP ਨੂੰ ਲੈ ਕੇ ਕੀ ਸੋਚਦੇ ਨੇ, ਆਜ਼ਾਦੀ ਕਿਸਾਨਾਂ ਨੂੰ ਦੇਣ ਦੀ ਜੋ ਗੱਲ ਸਰਕਾਰ ਕਹਿ ਰਹੀ ਹੈ ਉਸ ਬਾਰੇ ਕੀ ਸੋਚਦੇ ਨੇ, MSP ਦੀ ਵਿਵਸਥਾ ਜਾਰੀ ਰਹੇਗੀ, ਇਹ ਯਕੀਨ ਹੈ ਜਾਂ ਨਹੀਂ, ਹਾਂ ਜਾਂ ਨਾ ਦੇ ਵਿੱਚ ਲੋਕ ਕੀ ਸੋਚਦੇ ਨੇ, ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਹੋਰ ਵੀ ਸਵਾਲ ਜੋ ਇਸ ਸਰਵੇ ਦੇ ਜ਼ਰੀਏ ਪੁੱਛੇ ਗਏ, ਤਾਂ 7ਵਾਂ ਸਵਾਲ ਜੋ ਇਸ ਸਰਵੇ ਦੇ ਜ਼ਰੀਏ ਪੁੱਛਿਆ ਗਿਆ ਸੀ
ਕਿ ਕੀ ਤੁਸੀਂ ਸਰਕਾਰ ਦੇ ਲਿਖਤ ਭਰੋਸੇ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹੋ ਕਿ ਐਮਐਸਪੀ ਵਿਵਸਥਾ ਜਾਰੀ ਰਹੇਗੀ, ਕਿਉਂਕਿ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਲਿਖਤੀ ਦੇ ਵਿੱਚ